4 ਸਤੰਬਰ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 4 ਸਤੰਬਰ ਦੇ ਇਤਿਹਾਸ ਬਾਰੇ। ਦਾਦਾ ਭਾਈ ਨੌਰੋਜੀ ਦਾ ਜਨਮ 4 ਸਤੰਬਰ 1825 ਨੂੰ ਮੁੰਬਈ 'ਚ ਹੋਇਆ ਸੀ। ਉਹ ਇੱਕ ਮਹਾਨ ਸਿਆਸਤਦਾਨ, ਭਾਰਤੀ ਵਿਦਵਾਨ ਅਤੇ ਵਪਾਰੀ ਸਨ। ਉਹਨਾਂ ਨੂੰ ਭਾਰਤ ਦਾ ਮਹਾਨ ਪੁਜਾਰੀ ਕਿਹਾ ਜਾਂਦਾ ਹੈ। ਉਹ 1892 'ਚ ਬ੍ਰਿਟਿਸ਼ ਸੰਸਦ ਵਿੱਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਸਨ। ਨੌਰੋਜੀ ਬ੍ਰਿਟਿਸ਼ ਪਾਰਲੀਮੈਂਟ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਚੁਣੇ ਗਏ ਸਨ, ਜਿੱਥੇ ਉਹਨਾਂ ਨੇ ਭਾਰਤੀ ਦੇ ਹੱਕਾਂ ਅਤੇ ਉਹਨਾਂ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਆਵਾਜ਼ ਉਠਾਈ ਸੀ। ਬ੍ਰਿਟਿਸ਼ ਸੰਸਦ ਵਿੱਚ ਆਪਣੇ ਕਾਰਜਕਾਲ ਦੌਰਾਨ ਨੌਰੋਜੀ ਨੇ ਭਾਰਤ ਦੀ ਦੌਲਤ ਦੀ ਨਿਕਾਸ, ਭਾਰਤ ਨੂੰ ਬਰਾਬਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਲਾਭ ਅਤੇ ਦੇਸ਼ ਦੇ ਉਦਯੋਗੀਕਰਨ ਬਾਰੇ ਦੱਸਿਆ। ਨੌਰੋਜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਸਥਾਪਕ ਸਦੱਸਿਆਂ ਵਿੱਚੋਂ ਇੱਕ ਸਨ। ਨੌਰੋਜੀ 3 ਵਾਰ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਅਤੇ ਕਾਂਗਰਸ ਦੇ ਸਿਧਾਂਤਾਂ ਅਤੇ ਟੀਚਿਆਂ ਨੂੰ ਪ੍ਰਭਾਸ਼ਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਨੌਰੋਜੀ ਇੱਕ ਅਰਥਸ਼ਾਸਤਰੀ ਸਨ, ਜਿਨ੍ਹਾਂ ਨੇ ਵੱਖ-ਵੱਖ ਕਦਮਾਂ ਅਤੇ ਰਣਨੀਤੀਆਂ ਰਾਹੀਂ ਭਾਰਤੀ ਅਰਥਵਿਵਸਥਾ ਨੂੰ ਉੱਚਾ ਚੁੱਕਿਆ। ਇਸ ਲਈ ਉਹਨਾਂ ਨੂੰ ਭਾਰਤ ਦਾ ਗੈਰ ਸਰਕਾਰੀ ਰਾਜਦੂਤ ਵੀ ਮੰਨਿਆ ਜਾਂਦਾ ਸੀ। ਦਾਦਾ ਭਾਈ ਨੌਰੋਜੀ ਦਾ ਦੇਹਾਂਤ 30 ਜੂਨ 1917 ਨੂੰ ਹੋਇਆ ਸੀ। ਭੁਪਿੰਦਰ ਦੱਤ ਦਾ ਜਨਮ 4 ਸਤੰਬਰ 1880 ਨੂੰ ਕਲਕੱਤਾ ਵਿੱਚ ਹੋਇਆ ਸੀ। ਉਹ ਇੱਕ ਪ੍ਰਸਿੱਧ ਭਾਰਤੀ ਕ੍ਰਾਂਤੀਕਾਰੀ, ਸਮਾਜ ਸ਼ਾਸਤਰੀ ਅਤੇ ਲੇਖਕ ਸਨ। ਭੁਪਿੰਦਰ ਦੱਤ ਨੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਇਆ ਸੀ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਸਵਾਮੀ ਵਿਵੇਕਾਨੰਦ ਦੇ ਛੋਟੇ ਭਰਾ ਸਨ ਅਤੇ ਉਹਨਾਂ ਦੇ ਵਿਚਾਰਾਂ ਤੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸਮਾਜ ਸੁਧਾਰ ਅਤੇ ਆਜ਼ਾਦੀ ਦੇ ਖੇਤਰ ਵਿੱਚ ਵੀ ਕੰਮ ਕੀਤਾ। ਭੁਪਿੰਦਰ ਦੱਤ ਨੇ ਆਪਣੀ ਸ਼ੁਰੂਆਤੀ ਸਿੱਖਿਆ ਕਲਕੱਤਾ ਵਿੱਚ ਪ੍ਰਾਪਤ ਕੀਤੀ। ਬਾਅਦ ਵਿੱਚ ਉਹ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਅਤੇ ਜਰਮਨੀ ਚਲੇ ਗਏ। ਵਿਦੇਸ਼ ਵਿੱਚ ਰਹਿੰਦਿਆਂ ਉਹ ਸਮਾਜਵਾਦ ਅਤੇ ਇਨਕਲਾਬੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਭੁਪਿੰਦਰ ਦੱਤ ਨੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹ ਅਨੁਸ਼ੀਲਨ ਸਮਿਤੀ ਅਤੇ ਯੁਗਾਂਤਰ ਵਰਗੀਆਂ ਕ੍ਰਾਂਤੀਕਾਰੀ ਸੰਸਥਾਵਾਂ ਦੇ ਮੈਂਬਰ ਬਣ ਕੇ ਅਤੇ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਆਪਣੀ ਆਵਾਜ਼ ਉਠਾਈ। ਉਹਨਾਂ ਨੇ ਬੰਬ ਬਣਾਉਣ ਅਤੇ ਹਥਿਆਰਾਂ ਤਸਕਰੀ ਵਰਗੀਆਂ ਗਤੀਵਿਧੀਆਂ ਵਿੱਚ ਵੀ ਹਿੱਸਾ ਲਿਆ, ਜਿਸ ਕਾਰਨ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਈ ਵਾਰ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ। ਭੁਪਿੰਦਰ ਦੱਤ ਇੱਕ ਸਮਾਜ ਸ਼ਾਸਤਰੀ ਵੀ ਸਨ। ਉਹਨਾਂ ਨੇ ਭਾਰਤੀ ਸਮਾਜਵਾਦ ਅਤੇ ਮਜ਼ਦੂਰ ਅੰਦੋਲਨ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਲੇਖ ਅਤੇ ਕਿਤਾਬਾਂ ਲਿਖੀਆਂ। ਆਜ਼ਾਦੀ ਤੋਂ ਬਾਅਦ ਭੁਪਿੰਦਰ ਦੱਤ ਰਾਜਨੀਤੀ ਤੋਂ ਦੂਰ ਰਹੇ ਅਤੇ ਸਮਾਜ ਸੁਧਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਕੰਮ ਕੀਤਾ। ਭੁਪਿੰਦਰ ਦੱਤ ਦਾ ਦੇਹਾਂਤ 25 ਦਸੰਬਰ 1961 ਨੂੰ ਹੋਇਆ ਸੀ। ਗਿਰੀਸ਼ ਹੋਨਸਾਗਰਾ ਨਾਗਰਾਜੇਗੌੜਾ ਨੇ 4 ਸਤੰਬਰ 2012 ਨੂੰ ਲੰਡਨ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ ਸੀ। ਗਿਰੀਸ਼ ਖੱਬੇ ਪੈਰ ਤੋਂ ਦਿਵਿਆਂਗ ਸਨ, ਜਿਨ੍ਹਾਂ ਨੇ ਪੁਰਸ਼ਾਂ ਦੀ ਉੱਚੀ ਛਾਲ F42 ਵਰਗ ਵਿੱਚ ਲੰਡਨ 'ਚ ਆਯੋਜਿਤ 2012 ਸਮਰ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹਨਾਂ ਨੇ ਫਾਈਨਲ ਵਿੱਚ ਕੈਂਚੀ ਤਕਨੀਕ ਦੀ ਵਰਤੋਂ ਕਰਦੇ 1.74 ਮੀਟਰ ਦੀ ਛਾਲ ਮਾਰ ਚਾਂਦੀ ਦਾ ਤਮਗਾ ਜਿੱਤਿਆ। ਉਹ ਇਸ ਇਵੈਂਟ ਵਿੱਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਗਿਰੀਸ਼ ਨੇ ਧਾਰਾਵਾੜ ਵਿੱਚ ਰਾਸ਼ਟਰਪਤੀ ਖੇਡ ਮੁਕਾਬਲੇ 'ਚ ਆਪਣੇ ਕੈਰੀਅਰ ਦਾ ਪਹਿਲਾ ਤਮਗਾ ਜਿੱਤਿਆ ਸੀ। ਉਹਨਾਂ ਨੇ ਇਸ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਉਹਨਾਂ ਨੇ ਮੁਕਾਬਲੇ ਵਿੱਚ ਸਧਾਰਨ ਖਿਡਾਰੀਆਂ ਦਾ ਮੁਕਾਬਲਾ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਨੈਸ਼ਨਲ ਹਾਈ ਜੰਪ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ। ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੀ ਪਹਿਲੀ ਪ੍ਰਾਪਤੀ ਉਦੋਂ ਹੋਈ ਜਦੋਂ ਉਹਨਾਂ ਨੇ 2006 'ਚ ਆਇਰਲੈਂਡ ਵਿੱਚ ਅਪਾਹਜ ਲੋਕਾਂ ਦੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਉਹਨਾਂ ਨੇ ਕੁਵੈਤ ਅਤੇ ਮਲੇਸ਼ੀਆ 'ਚ ਐਥਲੈਟਿਕਸ ਵਿੱਚ ਸੋਨ ਤਮਗੇ ਜਿੱਤੇ। 4 ਸਤੰਬਰ 1977 ਨੂੰ ਧਰਮਵੀਰ ਭਾਰਤੀ ਦਾ ਦੇਹਾਂਤ ਹੋਇਆ ਸੀ। ਉਹ ਆਧੁਨਿਕ ਹਿੰਦੀ ਸਾਹਿਤ ਦੇ ਉੱਘੇ ਲੇਖਕ, ਕਵੀ, ਨਾਟਕਕਾਰ ਅਤੇ ਸਮਾਜਿਕ ਚਿੰਤਕ ਸਨ। ਉਹ ਆਪਣੇ ਸਾਹਿਤਕ ਰਚਨਾਵਾਂ ਲਈ ਜਾਣੇ ਜਾਂਦੇ ਸਨ ਅਤੇ ਉਹਨਾਂ ਦੀ ਲਿਖਤਾਂ ਸਮਾਜਿਕ ਅਤੇ ਮਾਨਵਤਾਵਾਦੀ ਮੁੱਦਿਆਂ ਨਾਲ ਗੰਭੀਰਤਾ ਨਾਲ ਨਜਿੱਠਦੀਆਂ ਹਨ। ਉਹ ਇੱਕ ਵਾਰ ਪ੍ਰਸਿੱਧ ਹਫ਼ਤਾਵਾਰੀ ਮੈਗਜ਼ੀਨ ਧਰਮਯੁਗ ਦੇ ਮੁੱਖ ਸੰਪਾਦਕ ਵੀ ਸਨ। ਧਰਮਵੀਰ ਭਾਰਤੀ ਨੂੰ 1972 'ਚ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦਾ ਨਾਵਲ ਗੁਨਾਹੋਂ ਕਾ ਦੇਵਤਾ ਇੱਕ ਸਦਾਬਹਾਰ ਰਚਨਾ ਮੰਨਿਆ ਜਾਂਦਾ ਹੈ। ਧਰਮਵੀਰ ਭਾਰਤੀ ਦਾ ਜਨਮ 25 ਸਤੰਬਰ 1926 ਨੂੰ ਇਲਾਹਾਬਾਦ ਵਿੱਚ ਹੋਇਆ ਸੀ। ਉਹਨਾਂ ਨੇ ਇਲਾਹਾਬਾਦ ਵਿੱਚ ਹੀ ਉੱਚ ਸਿੱਖਿਆ ਪ੍ਰਾਪਤ ਕੀਤੀ। ਧਰਮਵੀਰ ਭਾਰਤੀ ਨੇ ਆਪਣੇ ਜੀਵਨ ਕਾਲ ਦੌਰਾਨ ਕਈ ਮਹੱਤਵਪੂਰਨ ਸਾਹਿਤਕ ਰਚਨਾਵਾਂ ਦੀ ਰਚਨਾ ਕੀਤੀ। ਉਹਨਾਂ ਦੇ ਨਾਵਲ, ਕਹਾਣੀਆਂ ਅਤੇ ਲੇਖ ਹਿੰਦੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਉਹ ਸਮਾਜ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਸਮਾਜਿਕ ਅਸਮਾਨਤਾ, ਨੈਤਿਕ ਕਦਰ ਕੀਮਤਾਂ ਅਤੇ ਮਨੁੱਖੀ ਰਿਸ਼ਤਿਆਂ ਦੇ ਲਿਖਣ ਲਈ ਜਾਣੇ ਜਾਂਦੇ ਸੀ। ਉਹਨਾਂ ਦੀ ਲਿਖਤਾਂ ਵਿੱਚ ਮਨੁੱਖਤਾ ਪ੍ਰਤੀ ਡੂੰਘੀ ਸਮਝ ਅਤੇ ਸੰਵੇਦਨਸ਼ੀਲਤਾ ਸੀ। ਲਾਸ ਐਂਜਲਸ ਦੀ ਸਥਾਪਨਾ ਸਪੇਨ ਦੁਆਰਾ 4 ਸਤੰਬਰ 1781 ਨੂੰ ਕੀਤੀ ਗਈ ਸੀ। ਇਸ ਦਿਨ ਸਪੇਨੀ ਬਸਤੀਵਾਦੀਆਂ ਨੇ ਇਸ ਖੇਤਰ ਵਿੱਚ ਇੱਕ ਨਵੇਂ ਸ਼ਹਿਰ ਦੀ ਨੀਂਹ ਰੱਖੀ, ਜੋ ਅੱਜ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 18ਵੀਂ ਸਦੀ ਦੇ ਅੰਤ ਵਿੱਚ ਸਪੇਨ ਨੇ ਆਪਣੇ ਨਿਯੰਤਰਣ ਨੂੰ ਮਜ਼ਬੂਤ ਕਰਨ ਅਤੇ ਆਪਣੇ ਬਸਤੀਆਂ ਦਾ ਵਿਸਥਾਰ ਕਰਨ ਦੇ ਮਕਸਦ ਨਾਲ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਤੇ ਕਈ ਬਸਤੀਆਂ ਸਥਾਪਿਤ ਕੀਤੀਆਂ। ਉਸ ਸਮੇਂ ਕੈਲੀਫੋਰਨੀਆ ਵਿੱਚ ਸਪੇਨ ਦਾ ਵੱਡਾ ਪ੍ਰਭਾਵ ਸੀ ਅਤੇ ਸਪੇਨ ਨੇ ਖੇਤਰ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਨਵੇਂ ਸ਼ਹਿਰ ਸਥਾਪਿਤ ਕਰਨ ਦੀ ਯੋਜਨਾ ਬਣਾਈ। 4 ਸਤੰਬਰ 1781 ਨੂੰ ਲਾਸ ਪੈਬਲੋਸ ਵਜੋਂ ਜਾਣੇ ਜਾਂਦੇ 44 ਵਸਨੀਕਾਂ ਦੇ ਇੱਕ ਸਮੂਹ ਨੇ ਸਪੈਨਿਸ਼ ਗਵਰਨਰ ਫਿਲਿਪ ਡੀ ਨੇਵ ਦੀ ਅਗਵਾਈ ਵਿੱਚ ਕਸਬੇ ਦੀ ਸਥਾਪਨਾ ਕੀਤੀ। ਸ਼ੁਰੂ ਵਿੱਚ ਲਾਸ ਐਂਜਲਸ ਇੱਕ ਛੋਟਾ ਜਿਹਾ ਪਿੰਡ ਸੀ,
ਜੋ ਖੇਤੀਬਾੜੀ ਅਤੇ ਪਸ਼ੂ ਪਾਲਣ ਤੇ ਨਿਰਭਰ ਸੀ। ਇਹ ਸ਼ਹਿਰ ਬਾਅਦ ਵਿੱਚ ਸਪੇਨ ਤੋਂ ਆਜ਼ਾਦੀ ਤੋਂ ਬਾਅਦ 1821 ਚ ਮੈਕਸੀਕੋ ਦਾ ਹਿੱਸਾ ਬਣ ਗਿਆ ਅਤੇ ਮੈਕਸੀਕਨ ਅਮਰੀਕੀ ਯੁੱਧ ਦੇ ਅੰਤ ਤੋਂ ਬਾਅਦ 1848 ਵਿੱਚ ਸੰਯੁਕਤ ਰਾਜ ਅਤੇ ਮੈਕਸੀਕੋ ਦਰਮਿਆਨ ਇੱਕ ਸੰਧੀ ਦੇ ਤਹਿਤ ਸੰਯੁਕਤ ਰਾਜ ਦੁਆਰਾ ਇਸ ਨੂੰ ਹਾਸਲ ਕਰ ਲਿਆ ਗਿਆ। ਇਸਨੇ 1850 ਵਿੱਚ ਕੈਲੀਫੋਰਨੀਆ ਦੇ ਇੱਕ ਪੂਰਨ ਰਾਜ ਬਣਨ ਤੋਂ ਬਾਅਦ 5 ਮਹੀਨੇ ਪਹਿਲਾਂ ਯਾਨੀ ਕਿ 4 ਅਪ੍ਰੈਲ ਨੂੰ ਨਗਰ ਨਿਗਮ ਦਾ ਦਰਜਾ ਪ੍ਰਾਪਤ ਕੀਤਾ। 4 ਸਤੰਬਰ 1985 ਨੂੰ ਪਹਿਲੀ ਵਾਰ ਟਾਈਟੈਨਿਕ ਜਹਾਜ਼ ਦੇ ਮਲਬੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਹ ਦਿਨ ਇਤਿਹਾਸ ਵਿੱਚ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਮਨੁੱਖਤਾ ਨੂੰ 1912 ਵਿੱਚ ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਡੁੱਬਣ ਵਾਲੇ ਮਹਾਨ ਜਹਾਜ਼ ਦੇ ਅਵਸ਼ੇਸ਼ਾਂ ਦੀ ਪਹਿਲੀ ਝਲਕ ਮਿਲੀ ਸੀ। ਟਾਈਟੈਨਿਕ ਉਸ ਸਮੇਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਆਲੀਸ਼ਾਨ ਜਹਾਜ਼ ਸੀ ਜੋ ਕਿ 15 ਅਪ੍ਰੈਲ 1912 ਨੂੰ ਆਪਣੀ ਪਹਿਲੀ ਯਾਤਰਾ ਦੌਰਾਨ ਇੱਕ ਬਰਫ਼ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਿਆ ਸੀ। ਇਸ ਹਾਦਸੇ ਵਿੱਚ 1500 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਟਾਈਟੈਨਿਕ ਦੇ ਡੁੱਬਣ ਤੋਂ ਬਾਅਦ ਕਈ ਦਹਾਕਿਆਂ ਤੱਕ ਇਸ ਮਲਬੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਮਲਬਾ ਅਟਲਾਂਟਿਕ ਮਹਾਸਾਗਰ ਦੀਆਂ ਡੂੰਘਾਈਆਂ ਵਿੱਚ ਲੁਕਿਆ ਰਿਹਾ। 1950 ਵਿੱਚ ਅਮਰੀਕੀ ਸਮੁੰਦਰੀ ਵਿਗਿਆਨੀ ਰੌਬਰਟ ਬੈਲਾਟ ਅਤੇ ਉਹਨਾਂ ਦੀ ਟੀਮ ਟਾਈਟੈਨਿਕ ਦੇ ਮਲਬੇ ਨੂੰ ਲੱਭਣ ਵਿੱਚ ਅਸਫਲ ਹੋਈ। ਉਹਨਾਂ ਨੇ ਆਰਗੋ ਨਾਮਕ ਇੱਕ ਵਿਸ਼ੇਸ਼ ਯੰਤਰ ਦੀ ਵਰਤੋਂ ਕੀਤੀ। ਇੱਕ ਰਿਮੋਟ ਦੁਆਰਾ ਸੰਚਾਲਿਤ ਕੈਮਰਾ ਸਿਸਟਮ ਸੀ ਜੋ ਸਮੁੰਦਰ ਵਿੱਚ ਡੂੰਘਾਈ 'ਚ ਜਾ ਸਕਦਾ ਸੀ ਅਤੇ ਉੱਥੋਂ ਦੇ ਦ੍ਰਿਸ਼ਾਂ ਨੂੰ ਕੈਪਚਰ ਕਰ ਸਕਦਾ ਸੀ। 4 ਸਤੰਬਰ 1985 ਨੂੰ ਆਰਗੋ ਨੇ ਟਾਈਟੈਨਿਕ ਦੇ ਮਲਬੇ ਦੀਆਂ ਪਹਿਲੀ ਤਸਵੀਰਾਂ ਪ੍ਰਸਾਰਿਤ ਕੀਤੀਆਂ ਜਿਸ ਵਿੱਚ ਜਹਾਜ਼ ਦਾ ਇੱਕ ਹਿੱਸਾ ਦਿਖਾਇਆ ਗਿਆ ਸੀ।